मोटरसाइकिल ते जा रहे हो, अख दे विच कोई डस्ट पार्टिकल ਜਾਂ कोई कचरा पै जाता है, इमीजिएटली तुसी मोटरसाइकिल नूं ब्रेक भी ला दोगे, अपना रुमाल कढ़ के अख नूं भी साफ कर लोगे। ये सारा काम नूं न्यूरो ट्रांसमिटर सिस्टम कहते हैं। ਜਦੋਂ ਇਨਸਾਨ ਡਰੱਗ ਦਾ ਇਸਤੇਮਾਲ ਕਰਦਾ ਹੈ, ਉਹਦਾ ਨਿਊਰੋ ਟਰਾਂਸਮਿਟਰ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਡਰੱਗ ਐਡਿਕਟਡ ਜ਼ਮੀਨ ਤੇ ਡਿੱਗੇ ਪਏ ਹੁੰਦੇ ਨੇ, ਕੋਈ ਸੁੱਧ-ਬੁੱਧ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਨਿਊਰੋ ਟਰਾਂਸਮਿਟਰ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ। ਬ੍ਰੇਨ ਦੇ ਵਿੱਚ ਥਿੰਕਿੰਗ ਪ੍ਰੋਸੈਸ, ਸੋਚ ਵਿਚਾਰ ਕਰਨ ਦੀ ਸ਼ਕਤੀ, ਇਮੋਸ਼ਨਲ ਕੰਟਰੋਲ ਰੈਗੂਲੇਟਰ ਸਿਸਟਮ ਜੋ ਸੰਵੇਦਨਸ਼ੀਲਤਾ ਨੂੰ ਕੰਟਰੋਲ ਕਰਦਾ ਹੈ, स्पीच सेंटर जो बोलचाल नूं कंट्रोल करता है। जदों इंसान ड्रग का इस्तेमाल करता है, ब्रेन गुलाम बन जाता है। वो ना ही उसका थिंकिंग सर्किट, ना रिवार्ड सर्किट, ना इमोशनल कंट्रोल रेगूलेटर सिस्टम वो काम नहीं करता। तुसीं देखा होगा कि ड्रग एडिक्टेड जमीन ते पए हुंदे ने, कोई सुध बुध नहीं होंदी, शरीर ते ब्रेन की आपस में कोई कनैक्टिविटी नहीं। ये सारे तत्थ मैडिकल साइंस ने साबित किए हुए ने। पर धन श्री गुरु नानक देव जी ने जपजी साहब दे विच पहला ही 500 साल पहले लिखा होया है, मत विच रतन जवाहर माणक, सारे हीरे मोती थोड़ी मत दे विच ने। नशा करदा की है? मत नूं गुलाम बनांदा है। थोड़ा खजाना लुटिया गया। यू कैन नॉट सर्वाइव इन द सोसाइटी फॉर ए लॉन्ग टाइम। मैनू एक दिन गुरुद्वारा साहब जाण दा मौका मिलिया, उन्होंने इनवाइट किया, वो प्रोग्राम गुरुद्वारा साहब दे विच कर दिता उन्होंने। मैं सोचा कि बड़े बुद्धिजीवी ने, मैं इत्थे की बोलांगा, पर धन श्री गुरु ग्रंथ साहब जी ने मेरे ते किरपा की थी। ज्ञानी साहब अरदास, ज्ञानी साहब शब्द कीर्तन कर रहे सी, शब्द बोल रहे सी, गगन दमामा बाजियो परे निशाने घाओ, खेत जो मांडे सूरमा अब जूजन को दो। प्यारे बच्चों, तुसी सारे जानते हो गगन की है? आकाश है। आकाश कित्थे है? ऊपर है। शरीर दा अपर पार्ट ऑफ द बॉडी, शरीर दा अपरला हिस्सा ब्रेन है। ਜਦੋਂ ਬ੍ਰੇਨ ਦੇ ਵਿੱਚ ਉਹ ਗੁਰੂ ਸ਼ਬਦ ਦਾ ਗਿਆਨ ਹੋ ਗਿਆ, ਉਹ ਟਰੂ ਐਜੂਕੇਸ਼ਨ ਜੋ ਤੁਸੀਂ ਸਕੂਲ ਦੇ ਵਿੱਚ ਹਾਸਲ ਕਰ ਰਹੇ ਹੋ, ਇਹਦੇ ਨਾਲ ਤੁਹਾਡੇ ਸੋਚ ਵਿਚਾਰ ਕਰਨ ਦੀ ਸ਼ਕਤੀ ਪੈਦਾ ਹੋ ਜਾਏਗੀ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਿਸ ਦਿਨ ਵਿਚਾਰ ਕਰਨਾ ਸਿੱਖ ਗਏ, ਉਸ ਦਿਨ ਤੁਸੀਂ ਆਪਣਾ ਭਲਾ ਵੀ ਕਰ ਸਕਦੇ ਹੋ, ਦੂਸਰੇ ਦਾ ਵੀ ਭਲਾ ਕਰ ਸਕਦੇ ਹੋ। ਜਦੋਂ ਉਹ ਟਰੂ ਗਿਆਨ ਹੋਏਗਾ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵਿਕਾਰਾਂ ਦੇ ਨਾਲ ਕਿੱਦਾਂ ਲੜਨਾ ਹੈ, ਮਨ ਨੂੰ ਕਿੱਦਾਂ ਨਿਜਾਕਤ ਦਿਵਾਉਣੀ ਹੈ। ਸਾਰੀਆਂ ਬਰੀਆਂ ਨਸ਼ੇ ਦੇ ਵਿੱਚ ਹੈ। ਆਪਣੇ ਥਾਟ ਪ੍ਰੋਸੈਸ ਨੂੰ, ਉਹ ਵਿਕਟਮ ਆਫ ਗੋਡ, ਉਹ ਟਰੂ ਨੌਲੇਜ, ਉਹ ਬ੍ਰੇਨ ਨਸ਼ੇ ਤੋਂ ਬਚਾਉਣਾ ਹੈਗਾ, ਤਾਂ ਜੋ ਅਸੀਂ ਸਹੀ ਇਨਸਾਨ ਬਣ ਸਕੀਏ। ਤੁਸੀਂ ਸਾਰੇ ਜਣੇ ਪੜ੍ਹਦੇ ਬਹੁਤ ਹੋ, ਸੁਣਦੇ ਵੀ ਬਹੁਤ ਹੋ, ਪਰ ਅਮਲ ਬਹੁਤ ਘੱਟ ਕਰਦੇ ਹੋ। ਅਰਦਾਸ ਵੀ ਆਪਾਂ ਹਰ ਰੋਜ਼ ਕਰਦੇ ਹਾਂ, ਉਹਦੇ ਵਿੱਚ ਲਿਖਿਆ ਹੁੰਦਾ ਹੈ, ਪੜ੍ਹਦੇ ਵੀ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਾ ਰਾਖਾ ਵਾਹਿਗੁਰੂ। मन ਦੇ ਵਿੱਚ ਨਿਮਰਤਾ ਚਾਹੀਦੀ ਹੈ। ਡਰੱਗ ਮਨ ਨੂੰ ਹਾਰਡ ਬਣਾਉਂਦਾ ਹੈ, ਨਿਮਰਤਾ ਮਰ ਜਾਂਦੀ ਹੈ। ਤੇ ਮਤ ਹੈ ਜਿਹੜੀ ਉਹ ਉੱਚੀ ਰੱਖਣੀ ਹੈ, ਫੇਰ ਹੀ ਪਰਮਾਤਮਾ ਲਾਜ ਰੱਖੇਗਾ। ਇਸ ਕਰਕੇ ਮਤ ਨੂੰ, ਆਪਣੇ ਬ੍ਰੇਨ ਨੂੰ ਡਰੱਗ ਤੋਂ ਬਣਾ ਕੇ ਬਚਾ ਕੇ ਰੱਖਣਾ ਹੈ। ਪਿਆਰੇ ਬੱਚਿਓ, ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਪੋਰਟਸ ਦੇ ਵਿੱਚ ਹਿੱਸਾ ਲੈ ਰਹੇ ਹੋ। ਮੈਨੂੰ ਕਿਉਂਕਿ ਸਪੋਰਟਸ ਬਹੁਤ ਔਖੀ ਹੈ। ਇਹਦੇ ਲਈ ਸਾਨੂੰ ਗਰਮੀ, ਸਰਦੀ, ਧੁੱਪ, ਹਨੇਰੀ ਗਰਾਊਂਡ ਦੇ ਵਿੱਚ ਆਉਣਾ ਪੈਂਦਾ ਹੈ। ਐਜੂਕੇਸ਼ਨ ਤੁਸੀਂ ਕਮਰੇ ਦੇ ਵਿੱਚ ਬਹਿ ਕੇ, ਗਰਮੀ ਦੇ ਵਿੱਚ ਏਸੀ ਲਾ ਕੇ, ਸਰਦੀ ਦੇ ਵਿੱਚ ਬਲੋਰ ਲਾ ਕੇ ਕਰ ਸਕਦੇ ਹੋ। ਇਹ ਵਰਕ ਹਾਰਡ ਹੈ। ਜਿਹੜੇ ਸਪੋਰਟਸ ਵਾਲੇ ਨੇ ਉਹ ਮਨ ਦੇ ਬੜੇ ਸਟਰੋਂਗ ਹੁੰਦੇ ਨੇ, ਕੰਪੀਟੀਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਕਰਕੇ ਕੰਪੀਟੀਸ਼ਨ ਦੇ ਨਾਲ ਸਾਰਾ ਕੁਝ ਹਾਸਲ ਕੀਤਾ ਜਾ ਸਕਦਾ। ਡਰੱਗ ਦੇ ਹੋਰ ਕੀ ਨੁਕਸਾਨ ਨੇ? ਸਮਾਜਿਕ ਨੁਕਸਾਨ, ਸੋਸ਼ਲ ਲਾਸ। ਜੋ ਡਰੱਗ ਐਡਿਕਟਡ ਪੇਰੈਂਟਸ ਨੇ, ਉਹਨਾਂ ਦੇ ਘਰ ਡਰੱਗ ਬੇਬੀ ਪੈਦਾ ਹੁੰਦੇ ਨੇ, ਉਹਨਾਂ ਦੀ ਕੀ ਪਛਾਣ ਹੈ? ਅਪਰ ਲਿਪਸ ਪਤਲਾ ਹੁੰਦਾ ਹੈ, ਸਿਰ ਛੋਟਾ ਹੁੰਦਾ ਹੈ, ਬੋਲਣ ਦੇਰ ਨਾਲ ਲੱਗਦੇ ਨੇ, ਉਹਨਾਂ ਦੇ ਦਿਲ ਦੇ ਵਿੱਚ ਹਾਰਟ ਦੇ ਵਿੱਚ ਹੋਲ ਹੋ ਸਕਦਾ ਹੈ, ਪੱਕੇ ਤੌਰ ਤੇ ਨੁਕਸ ਹੋ ਸਕਦਾ ਹੈ, ਅੱਖਾਂ ਘੱਟ ਖੁੱਲਦੀਆਂ, ਉੱਚੀ ਸੁਣਦਾ ਹੈ। ਇਹ ਤੋਂ ਵੱਡੀ ਹੋਰ ਬਦਕਿਸਮਤੀ ਕੀ ਹੋ ਸਕਦੀ ਹੈ? ਬੱਚਾ ਮੰਗਿਆ ਸੀ ਤੰਦਰੁਸਤ, ਡਿਲੀਵਰ ਕੀਤਾ ਪਰਮਾਨੈਂਟ ਰੋਗੀ। ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ, ਇਲਾਜ ਵੀ ਬਹੁਤ ਕਰਾਏ, ਦਵਾਵਾਂ ਵੀ ਬਹੁਤ ਮੰਗੀਆਂ, ਪਰ ਗੱਲ ਨਹੀਂ ਬਣੀ। ਇਸ ਕਰਕੇ ਪਿਆਰੇ ਬੱਚਿਓ, ਜੇਕਰ ਤੁਸੀਂ, ਤੁਹਾਡੇ ਪੇਰੈਂਟਸ ਘਰ ਦੇ ਵਿੱਚ ਸ਼ਰਾਬ ਪੀ ਰਹੇ ਨੇ, ਉਹ ਤੁਹਾਨੂੰ ਨਹੀਂ ਰੋਕ ਸਕਦੇ। ਇਸ ਲਈ ਪੇਰੈਂਟਸ ਨੂੰ ਬ੍ਰਾਂਡ ਐਂਬੈਸਡਰ ਬਣਨਾ ਚਾਹੀਦਾ, ਤਾਂ ਜੋ ਬੱਚੇ ਉਹਨਾਂ ਨੂੰ ਦੇਖ ਕੇ ਸਿੱਖਣ ਕਿ ਚੰਗੇ ਕੰਮ ਕਿਸ ਤਰ੍ਹਾਂ ਕਰਨੇ ਨੇ। ਹੋਰ ਨੁਕਸਾਨ ਕੀ ਹੈ? ਪੈਸੇ ਦਾ ਨੁਕਸਾਨ, ਇਲਾਜ ਬੜੇ ਮਹਿੰਗੇ ਨੇ। ਆਰਥਿਕ ਨੁਕਸਾਨ, ਹੈਲਥ ਦਾ ਨੁਕਸਾਨ, ਕਰੈਕਟਰ ਦਾ ਨੁਕਸਾਨ। ਜਦੋਂ ਮੈਂ ਨਾਨ ਮੈਡੀਕਲ ਦੇ ਵਿੱਚ ਪੜ੍ਹਦਾ ਹੁੰਦਾ ਸੀ, ਇੱਕ ਪੋਇਮ ਦੀਆਂ ਕੁਝ ਮੈਨੂੰ ਲਾਈਨਾਂ ਯਾਦ ਨੇ, ਜਿਹਦੇ ਵਿੱਚ ਲਿਖਿਆ ਹੋਇਆ ਸੀ, ਜੇਕਰ ਪੈਸੇ ਦਾ ਨੁਕਸਾਨ ਹੋ ਜੇ, ਸਮਝ ਲੈਣਾ ਕਿ ਕੁਝ ਨੁਕਸਾਨ ਨਹੀਂ ਹੋਇਆ।
ਜੇਕਰ ਸਿਹਤ ਦਾ ਨੁਕਸਾਨ ਹੋ ਗਿਆ ਸਮਝ ਲੈਣਾ ਕੁਝ ਨਾ ਕੁਝ ਨੁਕਸਾਨ ਹੋਇਆ। ਜੇਕਰ ਕਰੈਕਟਰ ਦਾ ਨੁਕਸਾਨ ਹੋ ਗਿਆ ਸਮਝ ਲੈਣਾ ਕਿ ਬੇੜਾ ਗਰਕ ਹੋ ਗਿਆ। ਨਸ਼ਾ ਕਰਦਾ ਕੀ ਹੈ? ਇਹ ਤਿੰਨੇ ਚੀਜ਼ਾਂ ਨੂੰ ਡਿਸਟਰਾਈ ਕਰ ਦਿੰਦਾ। ਐਂਡ ਦੇਅਰਫੋਰ ਯੂ ਕੈਨ ਨਾਟ ਸਰਵਾਈਵ ਇਨ ਦਾ ਸੋਸਾਇਟੀ ਫਾਰ ਅ ਲੌਂਗ ਟਾਈਮ। ਇਹਨਾਂ ਤਿੰਨਾਂ ਚੋਂ ਬਚਣਾ ਹੈਗਾ ਤੁਸੀਂ। ਹੋਰ ਕੀ ਨੁਕਸਾਨ ਹੈ? ਧਾਰਮਿਕ ਜ਼ਿੰਦਗੀ ਦਾ ਨੁਕਸਾਨ ਹੈ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਈ ਵਾਰ ਪੜ੍ਹਿਆ ਹੈ, ਵਿੱਚ ਲਿਖਿਆ ਹੋਇਆ ਹੈ, ਭਾਂਗ ਮਛਲੀ ਸੁਰਾਪਾਨ ਜੋ ਪ੍ਰਾਣੀ ਖਾਏ, ਤੀਰਥ ਵਰਤ ਨੇਮ ਕੀਏ ਸਭੇ ਰਸਾ ਤਲ ਜਾਏ। ਜੋ ਇਨਸਾਨ ਨਸ਼ੇ ਦਾ ਇਸਤੇਮਾਲ ਕਰਦਾ ਹੈ ਉਹ ਕਿੰਨੇ ਹੀ ਤੀਰਥ ਵਰਤ ਕਾਂਡ ਕਰਮ ਕਾਂਡ ਕਰ ਲੇ, ਉਹਦਾ ਕੋਈ ਫਾਇਦਾ ਨਹੀਂ। ਪਾਨ ਸਪਾਰੀ ਖਾਧੀਆਂ, ਮੁਖ ਬੀੜੀਆਂ ਲਾਈਆਂ, ਹਰ ਕਦੇ ਨਾ ਚੇਤਿਓ ਜਾਂ ਪਕੜ ਚਲਾਈਆਂ। ਜੋ ਨਸ਼ੇ ਦੇ ਜੰਮ ਨੇ ਉਹ ਤੁਹਾਨੂੰ ਫੜ ਕੇ ਲੈ ਜਾਣਗੇ। ਛੇਤੀ ਇਹ ਤੋਂ ਖਹਿੜਾ ਛੁਡਾ ਲੈਣਾ ਚਾਹੀਦਾ ਹੈ। ਮੈਂ ਇੱਕ ਵਾਰ ਇੱਕ ਹਸਪੀਟਲ ਦੇ ਵਿੱਚ ਇੱਕ ਡਰੱਗ ਐਡਿਕਟ ਨੇ ਐਕਸੀਡੈਂਟ ਕਰਕੇ ਕਈ ਬੰਦੇ ਮਾਰ ਦਿੱਤੇ ਤੇ ਮੈਂ ਉਹਦਾ ਬਿਆਨ ਲਿਖਣ ਗਿਆ ਤੇ ਮੈਂ ਉਹਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ? ਉਹ ਕਹਿੰਦਾ ਲੇਟ ਮਹਿੰਦਰ ਸਿੰਘ। ਮੈਂ ਕਿਹਾ ਯਾਰ ਹੈ ਤਾਂ ਤੂੰ ਜਿਉਂਦਾ, ਲੇਟ ਕਿਉਂ ਲਿਖੀ ਜਾਂਦਾ? ਉਹ ਕਹਿੰਦਾ ਹੁਣ ਮੈਂ ਨਸ਼ਾ ਕਰਨ ਲੱਗਿਆ, ਮਰਤਾ ਜਾਣਾ ਹੀ ਹੈ। ਪਿਆਰੇ ਬੱਚਿਓ, ਜੋ ਇਨਸਾਨ ਨਸ਼ੇ ਦਾ ਇਸਤੇਮਾਲ ਕਰ ਰਹੇ ਨੇ ਉਹ ਛੇਤੀ ਨਿਜਾਗਤ ਪਾ ਲੈਣੀ ਚਾਹੀਦੀ ਹੈ, ਨਹੀਂ ਤਾਂ ਜਿਉਂਦੇ ਜੀ ਆਪਣੇ ਨਾਮ ਦੇ ਅੱਗੇ ਲੇਟ ਲਿਖਾ ਲੈਣਾ ਚਾਹੀਦਾ ਹੈ। ਨਸ਼ਾ ਕਰਨ ਦੇ ਨਾਲ ਉਮਰ ਘਟਦੀ ਹੈ। ਜੋ ਇਨਸਾਨ ਸਿਗਰਟ ਇੱਕ ਪੀਂਦਾ ਦਿਨ ਦੇ ਵਿੱਚ 10 ਮਿੰਟ ਲਾਈਫ ਉਹਦੀ ਖਤਮ ਹੋ ਜਾਂਦੀ ਹੈ। ਜੋ 10 ਪੀਂਦਾ ਹੈ ਜਾਂ ਇੱਕ ਪੈਕਟ ਪੀਂਦਾ 1/7 ਹਿੱਸਾ ਲਾਈਫ ਦਾ ਖਰਾਬ ਕਰ ਲੈਂਦਾ ਹੈ, ਕਿਉਂਕਿ ਸਿਗਰਟ ਦੇ ਵਿੱਚ ਬੜੇ ਖਤਰਨਾਕ ਰਸਾਇਣ ਤੱਤ ਨੇ। ਨਿਕੋਟੀਨ, ਆਰਸੈਨਿਕ ਜੋ ਕੀੜੇ ਮਾਰ ਦਵਾਈਆਂ, ਚੂਹੇ ਮਾਰ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦਾ ਹੈ। ਕਾਰਬਨ ਮੋਨੋਆਕਸਾਈਡ ਪੇਪਰ ਜਲ ਨਾਲ ਪੈਦਾ ਹੁੰਦੀ ਹੈ। ਫਾਰਮਾਲਡੀਹਾਈਡ ਜੋ ਗਲੀਆਂ ਸੜੀਆਂ ਡੈਡ ਬੋਡੀਆਂ ਦੇ ਲਗਾਈ ਜਾਂਦੀ ਹੈ ਤਾਂ ਜੋ ਗਲ ਸੜ ਨਾ ਜਾਣ। ਐਸੀਟੋਨ ਜੋ ਨੇਲ ਪਾਲਸ ਰਿਮੂਵਲ ਹੈ, ਜਿਹਦੇ ਨਾਲ ਨੇਲ ਪਾਲਿਸ਼ ਉਤਰਦੀ ਹੈ, ਉਹ ਵੀ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਉਹਦੀ ਸਮੈਲ ਬੜੀ ਪਿਆਰੀ ਹੈ। ਉਹ ਤੰਬਾਕੂ ਦੀ ਬੈਡ ਸਮੈਲ ਨੂੰ ਕਾਊਂਟਰ ਕਰ ਦਿੰਦਾ ਹੈ। ਇਹਦੇ ਵਿੱਚ ਬੈਂਜੀਨ ਹੈ ਜੋ ਰਬੜ ਇੰਡਸਟਰੀ ਦੇ ਵਿੱਚ ਵਰਤਿਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਖਾ ਰਹੇ ਹਾਂ। ਜੇ ਨਿਕੋਟੀਨ ਜੋ 12 mg ਇੱਕ ਸਿਗਰਟ 'ਚੋਂ ਪੈਦਾ ਹੁੰਦੀ ਹੈ, ਜੇਕਰ 2 mg ਇੱਕ ਚੂਹੇ ਨੂੰ ਪਿਲਾ ਦਿੱਤੀ ਜਾਵੇ ਉਹ ਮਰ ਜਾਏਗਾ। ਜੇ 9 mg 2 ਬਿੱਲੀਆਂ ਜਾਂ ਕੁੱਤੇ ਨੂੰ ਪਿਲਾ ਦੀ ਉਹ ਵੀ ਮਰ ਜਾਏਗਾ। ਜੇ 60 mg ਇਨਸਾਨ ਨੂੰ ਇਕੱਠੀ ਪਿਲਾ ਦੀ ਉਹ ਵੀ ਮਰ ਜਾਏਗਾ। ਉਹ ਵਿਚਾਰੇ ਨਹੀਂ ਪੜ ਸਕਦੇ। ਸਿਗਰਟ ਦੇ ਉੱਪਰ ਲਿਖਿਆ ਹੋਇਆ ਹੈ ਇੰਜੂਰੀਅਸ ਟੂ ਹੈਲਥ, ਸਿਹਤ ਲਈ ਹਾਨੀਕਾਰਕ ਹੈ। ਉਹ ਚੂਹੇ ਬਿੱਲੀਆਂ ਨਹੀਂ ਪੜ ਸਕਦੇ। ਅਸੀਂ ਇਨਸਾਨ ਹੈ, ਅਸੀਂ ਉੱਤਮ ਸ਼੍ਰੇਣੀ ਦਾ ਆਪਣੇ ਆਪ ਨੂੰ ਪ੍ਰਾਣੀ ਸਮਝਦੇ ਹਾਂ। ਜੇ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਅਸੀਂ ਉਹ ਇਸਤੇਮਾਲ ਕਰ ਰਹੇ ਹਾਂ ਤਾਂ ਸਾਨੂੰ ਇਨਸਾਨ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਪਣੇ ਆਪ ਨੂੰ ਰੱਖਣਾ ਚਾਹੀਦਾ। ਨੁਕਸਾਨ ਬਹੁਤ ਨੇ ਇਹਦੇ, ਮੈਂ ਡਿਟੇਲ 'ਚ ਹੀ ਨਹੀਂ ਜਾਵਾਂਗਾ। ਇਲਾਜ ਵੀ ਬੜੇ ਨੇ। ਕੋਲਡ ਟਰਕੀ ਮੈਥਡ ਹੈ, ਹੋਰ ਮੈਥਡ ਉਹ ਡਾਕਟਰ ਸਾਹਿਬ ਪਹਿਲਾਂ ਦੱਸ ਚੁੱਕੇ ਨੇ। ਸਿਮਟਮ ਵੀ ਤੁਹਾਨੂੰ ਦੱਸ ਗਏ ਨੇ ਤੇ ਤੁਹਾਨੂੰ ਥੋੜਾ ਜਿਹਾ ਮੋਟੀਵੇਟ ਕਰਨ ਵਾਸਤੇ ਮੈਂ 3-4 ਚੀਜ਼ਾਂ ਜ਼ਰੂਰ ਦੱਸਾਂਗਾ। ਮੈਂ ਇੱਕ ਡਰੱਗ ਐਡਿਕਟਰ ਦੀ ਪ੍ਰਾਪਰਟੀ ਅਟੈਚ ਕਰਾਉਣ ਵਾਸਤੇ ਰਾਜਪੁਰਾ ਤੋਂ ਦਿੱਲੀ ਜਾ ਰਿਹਾ ਸੀ। ਸੜਕ ਦਾ ਨਾਮ NH1 ਹੈ। ਪਹਿਲੇ ਸ਼ੇਰਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ। ਉਹ 5 ਸਾਲ ਦੇ ਵਿੱਚ ਉਹ ਰਾਜੇ ਨੇ ਸੜਕ ਬਣਾਈ ਦਿੱਲੀ ਟੂ ਲਾਹੌਰ, ਲਾਹੌਰ ਅੱਗੇ ਜਾ ਕੇ ਕਲਕੱਤੇ ਤੱਕ ਗਈ। ਉਹ ਰਾਜੇ ਨੇ 5 ਸਾਲ ਲਈ ਕੰਮ ਕੀਤਾ। ਇਹ 5 ਸਾਲ ਦੇ ਵਿੱਚ ਕਿੱਦਾਂ ਕੰਮ ਕੀਤਾ ਜਾ ਸਕਦਾ ਹੈ ਜਦੋਂ ਕਿ ਗੁਲਾਮਾਂ ਤੋਂ ਕੰਮ ਲਿਆ ਜਾਂਦਾ ਸੀ? ਉਹਨੇ ਮੁਗਲ ਸਰਾਇਆਂ ਬਣਾਈਆਂ, ਲੋਕਾਂ ਵਾਸਤੇ ਦਰਖਤ ਲਾਏ, ਪਾਣੀ ਲਈ ਖੂਹ ਪਟਾਏ ਗਏ। ਇੰਟਰਨੈਟ ਦਾ ਜ਼ਮਾਨਾ ਹੈਗਾ। ਪਿਆਰੇ ਬੱਚਿਓ, ਚੰਗਾ ਦੇਖਿਆ ਕਰੋ, ਚੰਗਾ ਸੁਣਿਆ ਕਰੋ, ਚੰਗਾ ਖਾਇਆ ਕਰੋ, ਚੰਗਾ ਪਹਿਨਿਆ ਕਰੋ। ਤੁਹਾਡਾ ਥਾਟ ਪ੍ਰੋਸੈਸ ਆਪ ਹੀ ਸਹੀ ਹੋ ਜਾਏਗਾ। ਯੂ ਕੈਨ ਓਨਲੀ ਗੈਟ ਦਾ ਯੂਰ ਸਕਸੈਸ। ਇਸ ਕਰਕੇ ਤੁਸੀਂ ਚੰਗਾ ਦੇਖਣਾ ਸੁਣਨਾ ਕਰ ਲਿਓ। ਇੰਟਰਨੈਟ ਦਾ ਜ਼ਮਾਨਾ ਹੈਗਾ। ਨੈਟ ਤੇ ਜਾ ਕੇ ਦੇਖਿਆ ਸ਼ੇਰਸ਼ਾਹ ਸੂਰੀ ਬਾਰੇ, ਵਿੱਚ ਲਿਖਿਆ ਹੋਇਆ ਸੀ The greatness of a person lies behind keeping himself busy in good work, even loss of a single second। ਜੋ ਇਨਸਾਨ ਆਪਣੀ ਜ਼ਿੰਦਗੀ ਦੇ ਇੱਕ ਸੈਕਿੰਡ ਦਾ ਖਿਆਲ ਰੱਖਦਾ ਹੈ ਚੰਗਾ ਕੰਮ ਕਰਨ ਦੇ ਲਈ, ਉਹਦੇ ਲਈ 1 ਸਾਲ 5 ਸਾਲ ਬਹੁਤ ਵੱਡੀ ਗੱਲ ਹੈ। ਪਿਆਰੇ ਬੱਚਿਓ, ਮੈਂ ਤੁਹਾਨੂੰ ਸੈਕਿੰਡ ਦੀ ਖੇਡ ਵਿੱਚ ਨਹੀਂ ਪਾਉਣਾ। ਤੁਸੀਂ 1 ਦਿਨ ਦਾ ਖਿਆਲ ਰੱਖ ਲਿਆ ਕਰੋ, 1 ਦਿਨ ਦਾ ਸ਼ਡਿਊਲ ਬਣਾ ਲਿਆ ਕਰੋ। ਆਪ ਹੀ ਤੁਹਾਡੀ ਮੰਜ਼ਿਲ ਹੈ ਜੋ ਤੁਸੀਂ ਪ੍ਰਾਪਤ ਕਰ ਜਾਓਗੇ। ਫਿਰ ਪੇਪਰਾਂ ਵਾਲੇ ਦਿਨ ਕੋਈ ਚਿਹਰੇ ਪੀਲੇ ਨਹੀਂ ਪੈਣੇ। ਯੂ ਕੈਨ ਗੈਟ ਇਹ ਵਿਦ ਵੈਰੀ ਈਜ਼ ਇਨ ਯੂਰ ਲਾਈਫ। ਅੱਗੇ ਪਿਆਰੇ ਬੱਚਿਓ, ਫਿਰ ਮੈਂ ਦੇਖਿਆ ਕਿ ਸ਼ੇਰਸ਼ਾਹ ਸੂਰੀ ਨੇ ਕੀ ਲਿਖਿਆ ਹੋਇਆ, ਉਹਦੀ ਮਹਾਨਤਾ ਕੀ ਹੈ। ਗੁੱਡ ਵਰਕ, ਸੋਸ਼ਲ ਵਰਕ, ਨੋਬਲ ਕਾਜ਼, ਚੰਗਾ ਕੰਮ। ਮੈਂ ਨਸ਼ਾ ਨਹੀਂ ਕਰਦਾ, ਇਹ ਗੁੱਡ ਵਰਕ ਹੈ। ਸੋਸ਼ਲ ਵਰਕ, ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਮੈਂ ਸਮਝਾਵਾਂਗਾ, ਮੁੱਖ ਧਾਰਾ ਵਿੱਚ ਲਿਆਵਾਂਗਾ, ਉਹਦਾ ਇਲਾਜ ਕਰਾਵਾਂਗਾ। ਸੋਸ਼ਲ ਵਰਕ। ਨੋਬਲ ਕਾਜ਼ ਕੀ ਹੈ? ਜੇ ਕੋਈ ਨਸ਼ਾ ਵੇਚਦਾ ਉਹਦੀ ਸੂਚਨਾ ਦੇ ਕੇ ਸੈਂਟਰ ਜੇਲ੍ਹ ਭੇਜਣ ਦਾ ਇੰਤਜ਼ਾਮ ਕਰੀਏ। ਇਹ ਤਿੰਨੇ ਕੰਮ ਕਰ ਦਈਏ, ਆਪ ਹੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋ ਜਾਣੀ ਹੈ। ਤੇ ਸ਼ੁਰੂਆਤ ਵੀ ਆਪਣੇ ਆਪ ਤੋਂ ਕਰੀਏ, ਬਿਨਾਂ ਕਿਸੇ ਸੈਂਕੜ ਖੋਏ ਤੋਂ। ਇੰਟਰਨੈਟ ਦਾ ਜ਼ਮਾਨਾ ਤੇ ਮੇਰੇ ਦਿਮਾਗ ਦੇ ਵਿੱਚ ਆ ਗਿਆ ਵੀ ਸ਼ੇਰਸ਼ਾਹ ਸੂਰੀ ਨੇ ਬੜੇ ਕੰਮ ਕੀਤੇ ਨੇ।
ਹਿਟਲਰ ਦੀ ਯਾਦ ਆ ਗਈ। ਹਜ਼ਾਰਾਂ ਕਰੋੜ ਦੇ ਕਰੀਬ ਬੰਦੇ ਮਾਰ ਦਿੱਤੇ ਉਹਨੇ, ਕਿਉਂਕਿ ਉਹਦਾ ਨੈਗੇਟਿਵ ਥਾਟ ਸੀ, ਆਈ ਹੈਵ ਓਨਲੀ ਵਨ ਅਲਟਰਨੇਟਿਵ, ਵਿਕਟਰੀ ਔਰ ਡੈਥ, ਜਿੱਤ ਜਾਂ ਮੌਤ। ਹਾਰ ਨੇੜੇ ਆ ਕੇ ਸੁਸਾਈਡ ਕਰ ਗਿਆ। ਇਹ ਨੈਗੇਟਿਵ ਵਿਚਾਰਧਾਰਾ ਹੈ। ਮੈਂ ਤੁਹਾਨੂੰ ਕਹਿ ਰਿਹਾ ਸੀ ਪੋਜ਼ਿਟਿਵ ਮਾਈਂਡ। ਮੈਂ ਹਿਟਲਰ ਨੂੰ, ਸੋਚ ਨੂੰ ਚੇਂਜ ਕੀਤਾ। There is only one option for drug addicted person, that is physical death or social death। ਜੋ ਇਨਸਾਨ ਡਰੱਗ ਦਾ ਇਸਤੇਮਾਲ ਕਰਦਾ ਹੈ ਉਹਦੀ ਸਮਾਜਿਕ ਮੌਤ ਤੇ ਸਰੀਰਕ ਮੌਤ ਹੋ ਜਾਂਦੀ ਹੈ। ਨਸ਼ੇ ਨਾਲ ਸਾਰੀਆਂ ਪ੍ਰਾਪਤੀਆਂ ਖਤਮ ਹੋ ਜਾਂਦੀਆਂ। ਪਿਆਰੇ ਬੱਚਿਓ, ਪੜ੍ਹ ਲਿਖ ਕੇ ਤੁਸੀਂ ਅਫਸਰ ਵੀ ਬਣ ਜਾਣਾ ਹੈ। ਉਹ ਸ਼ੌਹਰਤ ਮੇਨਟੇਨ ਰੱਖਣੀ ਹੈ। ਸਾਰੀਆਂ ਪ੍ਰਾਪਤੀਆਂ ਦਾ ਖਾਤਮਾ ਹੋ ਜਾਂਦਾ ਹੈ। ਕਿਉਂਕਿ ਮੈਂ ਇੱਕ 1990 ਦੀ ਗੱਲ ਹੈ, ਇੱਕ ਅਫਸਰ ਬਹੁਤ ਵਧੀਆ ਸੀ, ਪੜ੍ਹ ਲਿਖ ਕੇ ਬਹੁਤ ਵਧੀਆ ਅਫਸਰ ਬਣ ਗਿਆ, ਇੰਟੈਲੀਜੈਂਟ ਬਹੁਤ ਸੀ। ਬਾਅਦ ਚੋਂ ਨਸ਼ੇ ਦਾ ਆਦੀ ਹੋ ਗਿਆ। ਆਵਾਜ਼ ਬੜੀ ਪਿਆਰੀ ਸੀ, ਗਜ਼ਲ ਬੜੀ ਵਧੀਆ ਗਾਉਂਦੇ ਸੀ ਉਹ। ਉਹਨਾਂ ਨੇ ਮੈਨੂੰ ਸ਼ਾਮ ਨੂੰ ਇਨਵਾਈਟ ਕਰ ਲਿਆ ਸੈਕਟਰ 7 ਚੰਡੀਗੜ੍ਹ ਦੇ ਵਿੱਚ। ਉਹ 10-12 ਪੈਗ ਸ਼ਰਾਬ ਦੇ ਪੀ ਗਈ। ਚੇਨ ਸਮੋਕਰ ਸੀ, ਸਿਗਰਟ ਪੀ ਰਿਹਾ ਸੀ। ਮੈਂ ਸੋਚਿਆ ਕਿ ਰਘਵੀਰ ਬੜੀ ਗਲਤ ਜਗ੍ਹਾ ਫਸ ਗਏ ਹੋ। ਬਟ ਆਈ ਆਲਵੇਜ਼ ਟਰਾਈ ਟੂ ਕਨਵਰਟ ਨੈਗੇਟਿਵ ਇਨਟੂ ਪੋਜ਼ਿਟਿਵ। ਉਹ ਨੈਗੇਟਿਵ ਵਿਚਾਰਧਾਰਾ ਨੂੰ ਮੈਂ ਪੋਜ਼ਿਟਿਵ ਦੇ ਵਿੱਚ ਬਦਲਣਾ ਚਾਹੁੰਦਾ ਸੀ। ਉਹ ਸ਼ਰਾਬ ਪੀਂਦੇ ਰਹੇ। ਜਦੋਂ ਮੈਂ ਉੱਠ ਕੇ ਆਉਣ ਲੱਗਿਆ ਤਾਂ ਮੈਨੂੰ ਕਹਿਣ ਲੱਗੇ, ਕੋਈ ਹੋਰ ਗੱਲ ਸੁਣਾ ਦਿਓ। ਜੋ ਗੱਲ ਸੁਣਾਈ ਸੀ मैं ਤੁਹਾਨੂੰ ਕਹਿ ਦਿੰਦਾ। मैंने कहा था कि नशा छोड़ दो, पर वो शरीर छोड़कर चला गया। वो रोन लग पे, कहते मेरी वाइफ ते बच्चे छड़ के मैनू चले गए ने, इस करके कला करके पीना है। मैं नहीं सर, नशे के कारण ही तुसी कले रह गए हो। कुछ दिन बाद जमीन ते डिग पे, हैड इंजरी हो गई, तो मैनू भी जान का मौका मिलिया। कहते इतने जमीन ते डिग पे ने। इंसान की फितरत है, वो देखता है कि इंसान कितने डिगया। वट वी डोंट सी फ्रॉम वेयर परसन फॉलन। ਇਹ ਅਸੀਂ ਨਹੀਂ ਸੋਚਦੇ ਕਿ ਉਹ ਕਿੱਥੋਂ ਡਿੱਗਿਆ। ਆਓ ਪਿਆਰੇ ਬੱਚਿਓ, ਧਿਆਨ ਨਾਲ ਦੇਖੀਏ। ਨਿਊਟਨ ਦੇ ਸਿਰ ਦੇ ਉੱਪਰ ਸੇਬ ਵੱਜਿਆ। ਜੇ ਮੇਰੇ ਵਰਗਾ ਹੁੰਦਾ ਚੁੱਕ ਕੇ ਖਾ ਜਾਣਾ ਸੀ। ਉਹਨੇ ਸੋਚਿਆ ਕਿ ਥੱਲੇ ਕਿਉਂ ਡਿੱਗਿਆ, ਉੱਪਰ ਕਿਉਂ ਨਹੀਂ ਗਿਆ। ਲਾ ਆਫ ਗ੍ਰੈਵਿਟੇਸ਼ਨਲ ਫੋਰਸ, ਸੈਂਟਰੀਪੀਟਲ ਫੋਰਸ ਦੀ ਖੋਜ ਕੱਢੀ। ਸਾਰੀ ਸਪੇਸ ਇੰਜੀਨੀਅਰਿੰਗ, ਸਾਰੀ ਸਿਵਲ ਇੰਜੀਨੀਅਰਿੰਗ ਬਦਲ ਕੇ ਰੱਖ ਦਿੱਤੀ। ਆਓ ਪਿਆਰੇ ਬੱਚਿਓ, ਧਿਆਨ ਨਾਲ ਦੇਖੀ ਕਿ ਕਿਉਂ ਡਿੱਗਿਆ। ਜਦੋਂ ਨਸ਼ਾ ਕਰਨ ਲੱਗ ਪਿਆ ਸੀ, ਪਹਿਲੇ ਉਹ ਟੈਂਪਰੇਰੀ ਤੌਰ ਤੇ ਡਿੱਗਦਾ ਸੀ, ਬਾਅਦ ਚੋਂ ਪਰਮਾਨੈਂਟ ਤੌਰ ਤੇ ਡਿੱਗ ਪਿਆ। ਪਹਿਲੇ ਉਹਦੀ ਸੋਸ਼ਲ ਮੌਤ ਹੁੰਦੀ ਰਹੀ, ਬਾਅਦ ਚੋਂ ਫਿਜ਼ੀਕਲ ਡੈਥ ਹੋ ਗਈ। ਪਿਆਰੇ ਬੱਚਿਓ, ਇੱਕ ਜਨਮ ਤੁਹਾਡੇ ਮਾਤਾ ਪਿਤਾ ਦੀ ਦੇਣ ਹੈ, ਦੂਜਾ ਤੁਸੀਂ ਖੁਦ ਸਵਾਰਨਾ। ਬਾਈ ਸੇਇੰਗ ਪਰਮਾਨੈਂਟਲੀ ਗੁੱਡ ਬਾਈ ਟੂ ਡਰੱਗ ਟੂ ਅਵਾਇਡ ਸੋਸ਼ਲ ਡੈਥ। ਪਿਆਰੇ ਬੱਚਿਓ, ਮੈਂ ਗੱਲ ਕਰ ਰਿਹਾ ਸੀ ਇਮੋਸ਼ਨਲ ਕੰਟਰੋਲ ਰੈਗੂਲੇਟਰ ਸਿਸਟਮ ਦੀ। ਸੰਵੇਦਨਸ਼ੀਲਤਾ ਦਾ ਖਤਮ ਹੋ ਜਾਂਦਾ ਹੈ। ਡਰੱਗ ਐਡਿਕਟਡ ਬੱਚੇ ਦੀ ਸਿਰਫ ਇੱਕੋ ਹੀ ਸੋਚ ਹੁੰਦੀ ਹੈ, ਨਸ਼ੇ ਦਾ ਪ੍ਰਬੰਧ ਕਰਨਾ ਜਾਂ ਇਸਤੇਮਾਲ ਕਰਨਾ। ਕਿਸੇ ਦੀ ਖੁਸ਼ੀ ਗਮੀ ਨਾਲ ਨਹੀਂ ਕੋਈ ਫਰਕ ਪੈਂਦਾ। ਗੱਲ 95 ਦੀ ਕਰਦਾ ਹੈਗਾ। ਇੱਕ ਡਰੱਗ ਐਡਿਕਟਡ ਬੱਚੇ ਦੀ ਮਾਤਾ ਦੀ ਡੈਥ ਹੋ ਗਈ। ਡਰੱਗ ਐਡਿਕਟਡ ਬੱਚਾ ਮਾਤਾ ਦੇ ਸਰੀਰ ਵੱਲ ਆ ਕੇ ਦੇਖਣ ਲੱਗ ਪਿਆ ਅਤੇ ਗਰਦਨ ਦੇ ਵਿੱਚ ਗਹਿਣਿਆਂ ਦੀ ਤਲਾਸ਼ ਕਰਨ ਲੱਗ ਪਿਆ। ਫਿਰ ਉਹਨੇ ਮਾਤਾ ਦੇ ਹੱਥਾਂ ਵੱਲ ਦੇਖਿਆ। ਗਲ ਵਿੱਚ ਮੰਗਲ ਸੂਤਰ ਨਹੀਂ ਸੀ, ਹੱਥ ਵਿੱਚ ਇੱਕ ਟੁਕੜਾ ਫੜਿਆ ਹੋਇਆ ਸੀ ਕਾਗਜ਼ ਦਾ। ਮੰਗਲ ਸੂਤਰ ਵੀ ਫੜਿਆ ਹੋਇਆ ਸੀ, ਮੰਗਲ ਸੂਤਰ ਵੀ ਫੜਿਆ ਹੋਇਆ ਸੀ। ਪਿਆਰੇ ਬੱਚਿਓ, ਮਾਤਾ ਨੇ ਆਪਣੇ ਦਿਲ ਦੇ ਅਰਮਾਨ ਕਾਗਜ਼ ਦੇ ਵਿੱਚ ਲਿਖੇ ਹੋਏ ਸਨ। ਪਿਆਰੇ ਸਪੁੱਤਰ ਜੀ, ਕੱਲ ਤੁਸੀਂ ਨਸ਼ੇ ਦੇ ਲਈ ਮੇਰਾ ਮੰਗਲ ਸੂਤਰ ਖੋਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਥੱਪੜ ਵੀ ਮਾਰਿਆ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਮੈਂ ਮੰਗਲ ਸੂਤਰ ਨਹੀਂ ਦੇ ਸਕਦੀ। ਤੁਸੀਂ ਪਹਿਲਾਂ ਹੀ ਕੀਮਤੀ ਜੇਵਰਾਤ ਸਭ ਕੁਝ ਵੇਚ ਦਿੱਤਾ ਹੈ। ਅੱਜ ਇਸ ਕਾਰਨ ਮੈਂ ਸभी इच्छा अनुसार शरीर त्याग रही हैं, मंगल सूत्र भी पेट कर रही हैं। प्यारे बच्चियों, बेच के इलाज करवा लेना, पर नशा ना खरीदना, क्योंकि ਉਹਦਾ ਇਮੋਸ਼ਨਲ ਕੰਟਰੋਲ ਰੈਗੂਲੇਟਰ ਸਿਸਟਮ ਖਤਮ ਹੋ ਚੁੱਕਿਆ ਸੀ। ਉਹ ਬਿਲਕੁਲ ਨਹੀਂ ਰੋਇਆ। ਨਸ਼ਾ ਨਾਲ ਉਹਦਾ ਬ੍ਰੇਨ ਸੀ ਸਲੇਵ ਕਰ ਦਿੱਤਾ ਸੀ। ਮਾਤਾ ਦਾ ਮ੍ਰਿਤਕ ਸਰੀਰ ਛੱਡ ਕੇ ਚਲਾ ਗਿਆ ਨਸ਼ਾ ਲੈਣ ਵਾਸਤੇ। पहले शौक था, पेशा हुआ ड्रग खरीदना। खरीद लेता हूँ चाहे मेरे कितने ही दाम पर। ये तो घटिया ते महंगा सौदा की हो सकता है। वो बायोलॉजिकल पार्ट पेरेंट्स दा। माता जी दी लाश